ਪਾਕਿਸਤਾਨ ਦੇ ਲਾਹੌਰ ਦੇ ਮੋਰੇ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਮੋਹਨ ਸਿੰਘ ਪਚਰੀਸਾ ਜੋ ਕਿ ਉਹਨਾਂ ਨੇ ਇੱਕ ਸੁਪਨਾ ਸੋਚਿਆ ਸੀ ਕਿ ਜਿਹੜੀ ਸਿੱਖਿਆ ਦਾ ਪੱਧਰ ਆਮ ਲੋਕਾਂ ਤੱਕ ਪਹੁੰਚਿਆ ਜਾਵੇ। ਹਾਲਾਂਕਿ ਸਰਕਾਰਾਂ ਦਾ ਇਹ ਕੰਮ ਹੁੰਦਾ ਹੈ ਸਿੱਖਿਆ ਆਮ ਲੋਕਾਂ ਤੱਕ ਜਾਵੇ, ਆਮ ਲੋਕਾਂ ਤੱਕ ਜਾਣ ਦੇ ਨਾਲ ਨਾਲ ਜਿਹੜੀ ਸਿੱਖਿਆ ਹੈ ਉਹ ਸਸਤੀ ਹੋਵੇ, ਕਿਉਂਕਿ ਜੇ ਅੱਜ ਦੇ ਅਜੋਕੇ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਐਜੂਕੇਸ਼ਨ ਉਹ ਬੇਹੱਦ ਮਹਿੰਗੀ ਹੋ ਚੁੱਕੀ ਹੈ। ਆਮ ਲੋਕਾਂ ਦੀ ਰੀਚ ਤੋਂ ਦੂਰ ਹੁੰਦੀ ਜਾ ਰਹੀ ਹੈ ਸਿੱਖਿਆ, ਕਿਉਂਕਿ ਜੇ ਸਿੱਖਿਅਕ ਨਹੀਂ ਹੋਵਾਂਗੇ, ਐਜੂਕੇਟਡ ਨਹੀਂ ਹੋਵਾਂਗੇ ਤਾਂ ਸਾਨੂੰ ਸਾਡੇ ਹੱਕ ਹਕੂਕੀ ਮੰਗਾਂ ਲੋੜਾਂ ਦਾ ਨਹੀਂ ਪਤਾ ਲੱਗੂਗਾ। ਤਾਂ ਇਸ ਤਰ੍ਹਾਂ ਦਾ ਸੁਪਨਾ ਮੋਹਨ ਸਿੰਘ ਪਚਰੀਸਾ ਨੇ ਦੇਖਿਆ ਸੀ। ਉਹ ਸੁਪਨਾ ਕਿੰਨਾ ਪੂਰਾ ਹੋਇਆ ਹੈ, ਕੀ ਉਸ ਦੇ ਵਿੱਚ ਰੁਕਾਵਟਾਂ ਆਈਆਂ, ਕੀ ਮੋਹਨ ਸਿੰਘ ਪਚਰੀਸਾ ਦੀ ਜ਼ਿੰਦਗੀ ਦੇ ਵਿੱਚ ਗੁਜ਼ਰਿਆ, ਉਹ ਕੌਣ ਸ਼ਖਸ ਦੀ ਗੱਲਬਾਤ ਕਰਦੇ ਹਾਂ। ਮੇਰੇ ਨਾਲ ਸ਼ਮਸ਼ੇਰ ਸਿੰਘ ਨੇ, बेहद खास रहे ने। शमशेर जी, डेली पोस्ट से स्वागत है जी। थैंक यू जी, धन्यवाद, बहुत बहुत मेहरबानी। पहला तो दसो मोहन सिंह पचरीसा नाल कोई खूनी रिश्ता सीगा कि नहीं? नहीं, कोई खूनी रिश्ता नहीं सी जी। सहज सुभाਅ ही मैनू 2003-04 ਦੇ ਵਿੱਚ ਮਿਲੇ ਸੀ। ਗੁਰਦੁਆਰਾ ਸਾਹਿਬ 'ਚ ਮੁਲਾਕਾਤ ਹੋਈ ਸੀ। ਪੌੜੀਆਂ ਤੋਂ ਡਿੱਗੇ ਸੀ, ਮੈਂ ਚੱਕ ਕੇ ਘਰ ਲੈ ਗਿਆ। ਉੱਥੇ ਜਾ ਕੇ ਫਿਰ ਸਾਡੀਆਂ ਕਾਫੀ ਗੱਲਾਂ ਬਾਤਾਂ ਹੋਈਆਂ ਤੇ ਉਹਨਾਂ ਨੇ ਮੈਨੂੰ ਫਿਰ ਆਪਣੇ ਪੁੱਤਰ ਦੇ ਤੌਰ ਤੇ ਆਉਣ ਜਾਣ ਲਗਾਇਆ ਤੇ ਮੈਂ ਉਹਨਾਂ ਦੀ ਸੇਵਾ 'ਚ ਫਿਰ ਪੂਰਾ ਯੋਗਦਾਨ ਪਾਇਆ ਜੀ। ਕਾਫੀ ਲੰਬਾ ਉਹਨਾਂ ਦਾ ਸੰਘਰਸ਼ ਰਿਹਾ ਜ਼ਿੰਦਗੀ ਦੇ ਵਿੱਚ, ਬਹੁਤ ਘੱਟ ਲੋਕ ਉਹਨਾਂ ਦੇ ਆਏ। ਕਾਫੀ ਤੁਸੀਂ ਦੱਸਿਆ ਕਿ ਕਰੋੜਾਂ ਰੁਪਏ ਉਹਨਾਂ ਨੇ ਆਪਣੀ ਲਾਈਫ ਦੇ ਵਿੱਚ ਕਮਾਏ, ਹਾਲਾਂਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਨਹੀਂ ਸੀਗਾ, ਪਰ ਉਹਨਾਂ ਦਾ ਸੁਪਨਾ ਸੀਗਾ ਕਿ ਜਿਹੜੀ ਸਿੱਖਿਆ ਉਹ ਸਸਤੀ ਹੋਵੇ ਤੇ ਆਮ ਲੋਕਾਂ ਤੱਕ ਪਹੁੰਚੇ। ਲੱਗਦਾ ਕਿ ਉਹ ਅੱਜ ਸੁਪਨਾ ਪੂਰਾ ਹੋ ਰਿਹਾ। ਅਸੀਂ ਇਸ ਕੋਸ਼ਿਸ਼ 'ਚ ਪੂਰਾ ਸਮਰਪਿਤ ਹਾਂ ਜੀ। ਸੋ ਉਹਨਾਂ ਦੀ ਇਹੀ ਤਮੰਨਾ ਸੀ ਕਿ ਉਹਨਾਂ ਦੇ ਕੋਲ ਕਾਫੀ ਪੈਸਾ ਹੋਣ ਕਰਕੇ ਉਹਨਾਂ ਦੀ ਇੱਛਾ ਸੀ ਕਿ ਮੇਰਾ ਜ਼ਿੰਦਗੀ 'ਚ ਕੋਈ ਆਪਣਾ ਹੈ ਨਹੀਂ, ਵੀ ਤੂੰ ਮੈਨੂੰ ਇੱਕ ਬੇਟੇ ਦੀ ਤਰ੍ਹਾਂ ਮਿਲਿਆ, ਵੀ ਮੈਂ ਚਾਹੁੰਦਾ ਵੀ ਬੇਟੇ ਮੇਰਾ ਪੈਸਾ ਕਿਸੇ ਚੰਗੇ ਕਾਰਜ 'ਚ ਲੱਗ ਜਾਏ। ਬੜੇ ਸਲਾਹ ਮਸ਼ਵਰੇ ਤੋਂ ਬਾਅਦ ਅਸੀਂ ਫਿਰ ਇੱਕ ਵਿਚਾਰ ਕੀਤੀ ਕਿ ਅੰਕਲ ਜੀ, ਮੈਂ ਅੰਕਲ ਜੀ ਕਹਿੰਦਾ ਸੀ ਉਹਨਾਂ ਨੂੰ, ਵੀ ਅੰਕਲ ਜੀ ਆਪਾਂ ਕੋਈ ਹੋਰ ਸੇਵਾ ਕਰਨ ਦੀ ਬਜਾਏ ਉਹ ਸੇਵਾ ਨਿਵੇਕਲੀ ਸੇਵਾ ਕਰੀਏ ਜਿਹਨੂੰ ਕਿ ਹਰ ਲੋਕ, ਬਹੁਤੇ ਲੋਕ ਨਹੀਂ ਕਰਦੇ। ਉਹ ਸੋਚ ਕੇ ਅਸੀਂ ਫਿਰ ਇਹ ਵਿੱਦਿਆ ਦੀ ਸੇਵਾ 'ਚ ਪੈਰ ਪਾਇਆ ਸੀ। ਤਾਂ ਉਹਨਾਂ ਨੇ ਆਪਣਾ ਸਾਰੀ ਜ਼ਿੰਦਗੀ ਦੀ ਧਨ ਦੌਲਤ ਜਿਹੜੀ ਹੈ ਉਹ ਫਿਰ ਸਾਨੂੰ ਸਮਰਪਿਤ ਕਰ ਦਿੱਤੀ। ਅਸੀਂ ਉਹਨਾਂ ਦੇ ਨਾਂ 'ਤੇ ਫਿਰ ਟਰਸਟ ਹੋਂਦ 'ਚ ਆਇਆ 2004 'ਚ। ਮੋਟੇ ਕਿੰਨੇ ਕੁ ਪੈਸੇ ਸੀਗੇ? ਪੈਸੇ ਉਹਨਾਂ ਦੇ ਕੋਲ 10 ਏਕੜ ਤਾਂ ਜ਼ਮੀਨ ਲੈ ਕੇ ਦਿੱਤੀ ਉਹਨਾਂ ਨੇ ਜੀ। ਹਾਈਵੇ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿੰਨੀ ਕੋਸਟਲੀ ਜ਼ਮੀਨ ਹੈ। 10 ਏਕੜ ਜ਼ਮੀਨ ਲੈ ਕੇ ਦਿੱਤੀ ਅਤੇ ਫਿਰ 2.5-3 ਕਰੋੜ ਰੁਪਇਆ ਅਲੱਗ ਤੌਰ 'ਤੇ ਦਿੱਤਾ ਸਾਨੂੰ ਕੰਮ ਵਾਸਤੇ। ਫਿਰ 1 ਕਰੋੜ ਰੁਪਇਆ ਸਪੈਸ਼ਲ ਇੱਕ ਫਿਕਸ ਡਿਪੋਜ਼ਿਟ ਕੀਤੀ। ਉਹ ਅਸੀਂ ਜਦੋਂ ਸਕੂਲ ਚਲਾਉਣ ਦਾ ਸੁਪਨਾ ਲਿਆ ਸੀ, ਉਹ ਉਹਨਾਂ ਨੂੰ ਪਤਾ ਸੀ ਕਿ ਸਕੂਲ ਚਲਾਉਣ ਜੇ ਅਸੀਂ ਫੀਸਾਂ ਨਾ ਲਈਆਂ ਜਾਂ ਗਰੀਬਾਂ ਨੂੰ ਪੜ੍ਹਾਉਣ ਦੀ ਕੋਸ਼ਿਸ਼ ਕੀਤੀ ਤਾਂ ਪੈਸੇ ਦੀ ਘਾਟ ਆਏਗੀ। ਉਸ ਘਾਟ ਨੂੰ ਪੂਰਾ ਕਰਨ ਵਾਸਤੇ 1 ਕਰੋੜ ਰੁਪਏ ਦੀ ਵੱਖਰੀ ਐਫ ਡੀ ਸਾਨੂੰ ਦੇ ਕੇ ਗਏ ਵੀ ਇਹਦੇ ਇੰਟਰਸਟ ਨੂੰ ਬੱਚਿਆਂ ਦੀ ਲੋਸ ਜੇ ਕੋਈ ਹੁੰਦਾ, ਕੋਈ ਘਾਟਾ ਹੁੰਦਾ ਗਰੀਬ ਬੱਚਿਆਂ ਦੇ, ਉਹ ਖਰਚੇ 'ਚ 1 ਲੱਖ ਰੁਪਏ ਪਾ ਲਿਆ ਕਰੋ। ਸੋ ਇਸ ਤਰ੍ਹਾਂ ਦਾ ਕਾਫੀ ਫੰਡ ਸੀ ਜਿਹੜਾ ਉਹਨਾਂ ਨੇ ਇਹ ਫਿਰ ਸੰਸਥਾ ਦੇ ਨਾਮ 'ਤੇ ਕਰਕੇ ਗਏ ਜੀ। ਕਿਹੜੀ ਸੰਸਥਾ, ਕਿਹੜਾ ਸਕੂਲ ਹੈ ਜੀ? ਇਹ ਉਹਨਾਂ ਦੇ ਨਾਮ 'ਤੇ ਸੰਸਥਾ ਜੀ, ਉਹਨਾਂ ਦੀ ਬਲੈਸਿੰਗ ਹੈ ਸਾਨੂੰ। ਪਸਰੀਚਾ ਚੈਰੀਟੇਬਲ ਟਰਸਟ ਹੈ ਅਤੇ ਮੋਹਨ ਸਿੰਘ ਪਸਰੀਚਾ ਇਹ ਸਕੂਲ ਹੈ, ਉਹਦੇ ਨਾਂ 'ਤੇ MSP ਸਕੂਲ ਹੈ, ਘੜੂਆਂ ਵਿਖੇ ਸਥਿਤ ਹੈ ਜਿਹੜਾ। ਸੋ ਉਹਨਾਂ ਦੇ ਨਾਂ 'ਤੇ ਸਾਰਾ ਚੱਲ ਰਿਹਾ ਜੀ। ਸਰ, ਉਹਨਾਂ ਦੀ ਡੈਥ ਕਦੋਂ ਹੋਈ ਹੈ? ਡੈਥ ਉਹਨਾਂ ਦੀ ਜੀ 2005 'ਚ ਹੋ ਗਈ ਸੀ ਜੀ। ਕੋਈ ਤਕਰੀਬਨ ਸਾਡਾ 2 ਸਾਲ ਦਾ ਹੀ, 1.5 ਸਾਲ ਦਾ ਹੀ ਸਾਡਾ ਸਮਾਂ ਉਹਨਾਂ ਦੇ ਨਾਲ ਬੀਤਿਆ ਜੀ। ਅਤੇ ਅਚਨਚੇਤ ਫਿਰ ਉਹ ਜਦੋਂ ਸਾਡੇ ਸਕੂਲ ਦੀ ਬਿਲਡਿੰਗ ਬਣ ਰਹੀ ਸੀ, ਜਦੋਂ ਉਹ ਬਣਦੀ ਦੇ ਦੌਰਾਨ ਹੀ ਫਿਰ ਅਚਨਚੇਤ ਉਹ ਸਾਨੂੰ ਵਿਛੋੜਾ ਦੇ ਗਏ ਸੀ। ਤੁਸੀਂ ਕਿਹਾ ਮੇਰਾ ਕੋਈ ਰਿਸ਼ਤਾ ਨਹੀਂ ਤਾਂ, ਪਰ ਪਿਓ ਪੁੱਤ ਵਾਂਗੂ ਤੁਸੀਂ ਦੋਨੋਂ ਵਿਚਰਦੇ ਸੀਗੇ। ਪਰ ਲੱਗਦਾ ਕਿ ਤੁਸੀਂ ਮੋਹਨ ਸਿੰਘ ਜੀ ਦਾ ਸੁਪਨਾ ਸਾਕਾਰ ਕਰਨ 'ਚ ਸਫਲ ਰਹੇ ਹੋ, ਕਿਉਂਕਿ ਉਹਨਾਂ ਦਾ ਇੱਕ ਸੁਪਨਾ ਸੀਗਾ ਕਈ ਕਰੋੜ ਰੁਪਇਆ। ਇੱਕ ਜੇ ਦੇਖਿਆ ਜਾਵੇ ਤਾਂ ਬਹੁਤ ਵੱਡੀ ਰਕਮ ਹੁੰਦੀ ਆ, ਅਤੇ ਲਗਭਗ ਤੁਸੀਂ ਦੱਸਦੇ ਹੋ ਨੈਸ਼ਨਲ ਹਾਈਵੇ 5 ਤੇ ਚੰਡੀਗੜ੍ਹ ਲੁਧਿਆਣਾ ਹਾਈਵੇਜ਼ 'ਤੇ 10 ਏਕੜ ਜ਼ਮੀਨ ਕਰੋੜਾਂ ਰੁਪਏ ਦੇ ਕੇ ਗਏ। ਤਾਂ ਉਹਨਾਂ ਦਾ ਸੁਪਨਾ ਸੀਗਾ ਕਿ ਜਿਹੜੀ ਸਿੱਖਿਆ ਦਾ ਪੱਧਰ ਹੈ ਉਹ ਆਮ ਲੋਕਾਂ ਤੱਕ ਪਹੁੰਚੇ। ਹਰ ਇੱਕ ਬੱਚਾ ਜੋ ਕਿ ਕਤਾਰ 'ਤੇ ਪਿਛਲੀ ਲਾਈਨ 'ਤੇ ਖੜ੍ਹਾ ਹੈ ਉਸ ਤੱਕ ਜਿਹੜੀ ਸਿੱਖਿਆ ਪਹੁੰਚੇ। ਤੁਸੀਂ ਇਸ ਮਕਸਦ 'ਚ ਕਾਮਯਾਬ ਹੋਏ ਹੋ ਕਿ ਨਹੀਂ? ਜੇ ਨਹੀਂ ਹੋਏ ਤਾਂ ਕਿਉਂ? ਮੈਂ ਇਹ ਨਹੀਂ ਕਹਿ ਸਕਦਾ ਕਿ ਅਸੀਂ ਪੂਰੇ ਕਾਮਯਾਬ ਹੋ ਗਏ। ਸਾਡੀ ਜਿੰਨਾ ਕੁ ਸਾਡਾ ਵਿੱਤ ਹੈ, ਜਿੰਨਾ ਕੁ ਕੁਛ ਉਹਨਾਂ ਨੇ ਸਾਨੂੰ ਦਿੱਤਾ ਸੀ, ਉਹਦੇ ਤਹਿਤ ਜਿੰਨੀ ਕੁ ਅਸੀਂ ਕੋਈ ਕਰ ਸਕਦੇ ਹਾਂ। ਅਸੀਂ ਸਾਡੇ ਇਲਾਕੇ ਦੇ 25-30 ਪਿੰਡ ਨੇ, 25-30 ਪਿੰਡਾਂ ਦੇ ਵਿੱਚ ਅਸੀਂ ਇਹ ਪੂਰੀ ਅਨਾਊਂਸਮੈਂਟ ਕੀਤੀ ਹੋਈ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਪੈਸਾ ਨਹੀਂ ਹੈ
ਪੈਸੇ ਦੀ ਵਜ੍ਹਾ ਕਰਕੇ ਉਹ ਬੱਚੇ ਨੂੰ ਸਿੱਖਿਆ ਨਹੀਂ ਦੇ ਸਕਦੇ, ਉਹ ਬੱਚਿਆਂ ਨੂੰ ਅਸੀਂ ਇੱਥੇ ਫ੍ਰੀ ਐਜੂਕੇਸ਼ਨ ਦਿੰਦੇ ਹਾਂ। ਦੂਸਰਾ ਸਾਡਾ ਟਾਰਗੇਟ ਹੈ ਕਿ ਜਿਹੜੇ ਗਰੀਬ ਬੱਚੇ ਨੇ, ਕਿਸੇ ਦੇ 2 ਬੱਚੇ ਨੇ, ਕਿਸੇ ਦੇ 3 ਬੱਚੇ ਨੇ, ਉਹਨਾਂ ਨੂੰ ਵੀ ਅਸੀਂ ਕਹਿੰਦੇ ਵੀ ਸਾਨੂੰ 1 ਬੱਚੇ ਦੀ ਫੀਸ ਦੇ ਦਿਓ, ਦੂਜੇ ਬੱਚੇ ਨੂੰ ਅਸੀਂ ਪੜ੍ਹਾਵਾਂਗੇ। ਜਿਹੜੇ ਆਮ ਲੋਕ ਨੇ ਉਹਨਾਂ ਨੂੰ ਅਸੀਂ ਕਿਹਾ ਵੀ ਤੁਸੀਂ ਫੀਸ ਪੂਰੀ ਦਿਓ, ਵੀ ਤਾਂ ਕਿ ਤੁਹਾਡੀਆਂ ਫੀਸਾਂ ਦੇ ਨਾਲ ਇਹ ਗਰੀਬ ਬੱਚਿਆਂ ਦਾ ਵੀ ਕੋਈ ਨਿਤਾਰਾ ਹੋ ਸਕੇ, ਵੀ ਰਲ ਮਿਲ ਕੇ ਆਪਾਂ ਇਹ ਸੰਸਥਾ ਨੂੰ ਉੱਚਾ ਚੁੱਕੀਏ ਤੇ ਉਹਨਾਂ ਦੇ ਸੁਪਨੇ ਨੂੰ ਸਾਕਾਰ ਕਰੀਏ। ਅਸੀਂ ਤਾਂ ਕਰ ਹੀ ਰਹੇ ਹਾਂ। ਕਮੀ ਕਿੱਥੇ ਹੈ? ਕਮੀ ਸਾਡੇ ਵੱਲੋਂ ਤਾਂ ਕਮੀ ਕੋਈ ਹੈ ਨਹੀਂ, ਪਰ ਸਾਡੇ ਨਾਲ ਕੋਈ ਐਡਾ ਸਾਥ ਨਹੀਂ ਹੈ ਵੀ ਅਸੀਂ ਐਡੇ ਵੱਡੇ ਸੁਪਨੇ ਨੂੰ ਕੋਈ ਮੈਂ ਇਕੱਲਾ ਆਪਣੇ ਤੌਰ 'ਤੇ ਸਾਕਾਰ ਕਰ ਸਕਾਂ। ਕੁਛ 1-2 ਸੱਜਣ ਨੇ ਜਿਹੜੇ ਸਾਨੂੰ 1-1 ਬੱਚੇ ਦਾ ਖਰਚਾ ਪੇ ਕਰਦੇ ਨੇ, ਔਰ ਜਿਹੜੇ ਅਮੀਰ ਸਾਡੇ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਮੈਂ ਪ੍ਰੇਰ ਰਿਹਾ ਕਿ ਆਪਾਂ ਇਹ ਵਿੱਦਿਆ ਦੀ ਸੇਵਾ 'ਚ ਪੈਰ ਪਾਈਏ। ਕੋਈ 1 ਬੱਚੇ ਦਾ ਖਰਚਾ ਲਓ, ਕਿਸੇ ਗਰੀਬ ਦੇ 2 ਬੱਚੇ ਨੇ, ਕਿਸੇ ਕੋਈ ਲਾਵਾਰਸ ਬੱਚੇ ਨੇ, ਕੋਈ ਲੂਲੇ ਲੰਗੜੇ ਬੱਚੇ ਨੇ। ਮੈਂ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਪ੍ਰੇਰ ਰਿਹਾ ਜੀ, ਤੇ ਉਹਦੇ ਵਿੱਚ ਮੈਂ ਅਜੇ ਇੰਨਾ ਕਾਮਯਾਬ ਤਾਂ ਨਹੀਂ ਹੋਇਆ, ਪਰ ਮੈਂ ਚਲਾ ਰਿਹਾ ਜੀ ਪੂਰਾ ਜਿੰਨਾ ਕੁ ਚੱਲਦਾ ਮੇਰੇ ਤੋਂ ਜੀ। ਜਦੋਂ ਸ਼ਾਮੀ ਘਰੇ ਬੈਠਦੇ ਹੋ ਬਜ਼ੁਰਗਾਂ ਨਾਲ, ਕਾਫੀ ਜੇ ਤੁਸੀਂ ਕਹਿੰਦੇ ਹੋ ਕਿ ਕੋਈ ਗੂੜਾ ਰਿਸ਼ਤਾ ਰਿਹਾ ਤੁਹਾਡਾ, ਜ਼ਹਿਨ 'ਚ ਆਉਂਦੀਆਂ ਗੱਲਾਂ ਕਿ ਉਹਨਾਂ ਨੇ ਮੈਨੂੰ ਕੀ ਕਿਹਾ ਸੀਗਾ ਤੇ ਮੈਂ ਉਸ ਸਟੇਜ 'ਤੇ ਫਿਲਹਾਲ ਪਹੁੰਚ ਨਹੀਂ ਸਕਿਆ। ਸਿਸਟਮ ਦੀਆਂ ਕਿੰਨੀਆਂ ਰੁਕਾਵਟਾਂ ਨੇ? ਸਿਸਟਮ ਦੇ ਵਿੱਚ ਤਾਂ ਰੁਕਾਵਟਾਂ ਬਹੁਤ ਜ਼ਿਆਦਾ ਨੇ ਜੀ। ਕਈ ਵਾਰੀ ਤਾਂ ਮੈਂ ਮਾਯੂਸ ਹੋ ਜਾਂਦਾ ਕਿ ਇਹ ਸਿਸਟਮ ਦੇ ਵਿੱਚ ਸ਼ਾਇਦ ਮੈਂ ਉਹਨਾਂ ਦਾ ਸੁਪਨਾ ਪੂਰਾ ਨਾ ਕਰ ਸਕਾਂ, ਕਿਉਂਕਿ ਜਦੋਂ ਵੀ ਕੋਈ ਕਿਸੇ ਕੰਮ ਦੀ ਲੋੜ ਪੈਂਦੀ ਹੈ ਸਾਨੂੰ ਦਫ਼ਤਰਾਂ 'ਚ ਜਾਣਾ ਪੈਂਦਾ। ਉੱਥੇ ਕੋਈ ਪਰਵਾਹ ਨਹੀਂ, ਰਿਸ਼ਵਤ ਦਿਓ ਤਾਂ ਕੋਈ ਕੰਮ ਹੋਏਗਾ, ਉਹ ਮੈਂ ਕਰ ਨਹੀਂ ਸਕਦਾ। ਜੀ, ਜੋ ਮੈਨੂੰ ਨਹੀਂ ਪਤਾ ਕਿ ਮੈਂ ਉਹਨਾਂ ਦਾ ਸੁਪਨਾ ਸਾਕਾਰ ਕਰ ਪਾਵਾਂਗਾ ਕਿ ਨਹੀਂ। ਮਨ ਤੇ ਵਜ਼ਨ ਤਾਂ ਹੁੰਦਾ। ਮਨ ਤੇ ਵਜਨ ਬਹੁਤ ਹੈ। ਜਿਹੜਾ ਸ਼ਖਸ ਆਪਣੀ ਜ਼ਿੰਦਗੀ ਦੀ ਸਾਰੀ ਕਮਾਈ ਪੂੰਜੀ ਦੇ ਗਿਆ ਤੇ ਮੈਂ ਉਹਨੂੰ ਕਿਸ ਤਰ੍ਹਾਂ ਵਰਤਾਂ, ਇਹ ਸੰਸਥਾ ਨੂੰ ਕਿਵੇਂ ਚਲਾਵਾਂ। ਮੈਨੂੰ ਕੋਈ ਸਰਕਾਰੀ ਸਾਥ ਨਹੀਂ। ਮੈਂ ਡਿਪਟੀ ਕਮਿਸ਼ਨਰ ਤੱਕ, SDM ਸਾਹਿਬ ਤੱਕ, ਤਹਿਸੀਲਦਾਰ ਤੱਕ ਬੜੀਆਂ ਪਹੁੰਚਾਂ ਕੀਤੀਆਂ ਜਿਹੜੀਆਂ ਮੈਨੂੰ ਇਸ ਸਕੂਲ ਦੇ ਪ੍ਰਤੀ ਰੁਕਾਵਟ ਆਉਂਦੀ ਸੀ। ਮੇਰਾ CLU ਨਹੀਂ ਹੋਇਆ ਅੱਜ ਤੱਕ। 2-3 ਸਾਲ ਤੋਂ ਮੈਂ ਭਟਕ ਰਿਹਾ। ਮੈਂ DC ਸਾਹਿਬ ਨੂੰ ਵੀ ਬੇਨਤੀ ਕੀਤੀ, SDM ਸਾਹਿਬ ਨੂੰ ਵੀ ਬੇਨਤੀ ਕੀਤੀ, ਪਰ ਉਹ ਸਾਰੇ ਕੋਈ ਤਹਿਸੀਲਦਾਰ ਕੋਲ ਜਾ, ਕੋਈ ਪਟਵਾਰੀ ਕੋਲ ਜਾ, ਕਿਤੇ ਮੇਰੀ ਵਾਹ ਪੂਣੀ ਨਹੀਂ ਲੱਗੀ। ਮੈਨੂੰ CLU ਨਹੀਂ ਅੱਜ ਤੱਕ ਮਿਲਿਆ। ਬਿਨਾਂ CLU ਤੋਂ ਮੈਂ ਇਹਦੀ ਐਫੀਲੀਏਸ਼ਨ ਕਿਵੇਂ ਲਵਾਂ? ਜੇ ਸਕੂਲ ਦੀ ਐਫੀਲੀਏਸ਼ਨ ਨਹੀਂ ਤਾਂ ਕਿਵੇਂ ਚੱਲੂਗਾ? ਸੋ ਇਹ ਰੁਕਾਵਟਾਂ ਨੇ, ਮੈਨੂੰ ਨਹੀਂ ਪਤਾ ਵੀ ਇਹ ਪੂਰੀਆਂ ਹੋ ਜਾਣਗੀਆਂ ਕਦੇ। ਭਾਰ ਰਹਿੰਦਾ ਹੈ ਕਿਉਂਕਿ ਇੱਕ ਐਡਾ ਵੱਡਾ ਤੁਹਾਡੇ ਤੇ ਟਰੱਸਟ ਕਰਕੇ ਸਾਰੀ ਜ਼ਿੰਦਗੀ ਦੀ ਕਮਾਈ ਪੂੰਜੀ ਜੋ ਵੀ ਹੈ ਉਹ ਤੁਹਾਨੂੰ ਦੇ ਗਏ, ਔਰ ਕਿਉਂਕਿ ਬੰਦਾ ਸੋਚਦਾ ਜ਼ਰੂਰ ਹੈ ਕਿ ਇਹ ਚੀਜ਼ ਨੂੰ ਅੱਗੇ ਲੈ ਕੇ ਜਾਇਆ ਜਾਵੇ, ਕਿਉਂਕਿ ਭਲਾਈ ਦਾ ਕੰਮ ਹੈ, ਕਿਉਂਕਿ ਵਿੱਦਿਆ ਦਾ ਲੰਗਰ ਸਭ ਤੋਂ ਉੱਚਾ ਹੈ। ਹਰ ਇੱਕ ਚੀਜ਼ ਤੋਂ ਉੱਪਰ ਵਿੱਦਿਆ ਦਾ ਲੰਗਰ ਹੈ। ਮੈਂ ਕਰਾਂਗਾ ਜੀ ਕੋਸ਼ਿਸ਼ ਜਿੰਨੀ ਹੋ ਸਕੀ, ਲੱਗਿਆ ਹਾਂ ਮੈਂ। 25-30 ਪਿੰਡਾਂ 'ਚ ਮੇਰੀ ਅਨਾਉਂਸਮੈਂਟ ਕੀਤੀ ਹੋਈ ਹੈ। ਕੋਈ ਗਰੀਬ ਪਰਿਵਾਰ ਜੇ ਆਉਂਦਾ ਹੈ ਤਾਂ ਮੈਂ ਉਹਨੂੰ ਗੱਲ ਨਾਲ ਲਾਉਣਾ। ਜਦੋਂ ਤੱਕ ਉਹਨਾਂ ਦਾ ਦਿੱਤਾ ਜਾਂ ਮੇਰੀ ਸਮਰੱਥਾ ਹੈ, ਜਿੱਥੇ ਤੱਕ ਹੈ ਮੈਂ ਚਲਾਵਾਂਗਾ। ਹੋ ਸਕਦਾ ਕੋਈ ਮੇਰੇ ਵਰਗੇ ਸੱਜਣ ਕੋ ਮੇਰਾ ਮੋਢੇ ਨਾਲ ਮੋਢਾ ਜੋੜ ਕੇ ਮੇਰੇ ਨਾਲ ਆ ਖੜਨ ਅਤੇ ਇਸ ਸੰਸਥਾ ਨੂੰ ਸੰਭਾਲਣ। ਕੋਈ ਮੇਰੀ ਸੰਸਥਾ ਨਹੀਂ, ਇਹ ਲੋਕਾਂ ਦੀ ਸੰਸਥਾ ਹੈ। ਲੋਕਾਂ ਵਿੱਚੋਂ ਕੋਈ ਸਮਾਜ ਸੇਵੀ ਸੱਜਣ ਆਉਣ, ਮੇਰੇ ਨਾਲ ਬੈਠਣ, ਮੈਨੂੰ ਕੁਝ ਸਲਾਹਾਂ ਦੇਣ, ਦੱਸਣ ਆਪਾਂ ਇਸ ਸੰਸਥਾ ਨੂੰ ਕਿਵੇਂ, ਉਹਦੇ ਨਾਂ ਨੂੰ ਅਸੀਂ ਕਿਵੇਂ ਰੋਸ਼ਨ ਕਰ ਸਕਦੇ ਹਾਂ। ਬਾਕੀ ਮੇਰੀ ਤਾਂ, ਮੈਂ ਆਪਣੇ ਫੈਮਿਲੀ ਸਮੇਤ ਮੈਂ ਤਾਂ ਸਮਰਪਿਤ ਹਾਂ। ਨਿਰਾਸ਼ਾ, ਨੈਗੇਟਿਵਿਟੀ ਆਉਂਦੀ ਹੈ ਦਿਲ 'ਚ ਕਦੇ ਕਦੇ ਕਿ ਕੀ ਕਰਾਂ ਹੁਣ, ਕੀ ਹੋ ਸਕਦਾ ਹੈ, ਕਿਉਂਕਿ ਸਿਸਟਮ ਜੇ ਦੇਖਿਆ ਜਾਵੇ ਸਿਸਟਮ ਹੈਲਪਫੁਲ ਨਹੀਂ ਹੈਗਾ। ਨੈਗੇਟਿਵਿਟੀ ਤਾਂ ਦਿਲ 'ਚ ਹੁੰਦੀ ਹੋਣੀ ਹੈ। ਨੈਗੇਟਿਵਿਟੀ ਹੁੰਦੀ ਹੈ, ਜ਼ਰੂਰ ਹੁੰਦੀ ਹੈ ਜੀ। ਜਦੋਂ ਮੈਂ ਤੁਹਾਨੂੰ ਦੱਸਿਆ ਕਿ ਮੇਰੇ ਇੱਕ CLU ਨਹੀਂ ਮਿਲ ਰਿਹਾ, ਅਤੇ ਫਿਰ CLU ਤੋਂ ਬਿਨਾਂ ਮੈਂ ਅੱਗੇ ਸਕੂਲ ਦੀਆਂ ਜਿਹੜੀਆਂ ਹੋਰ ਫਾਰਮੂਲੇ ਕਿਵੇਂ ਪੂਰੀਆਂ ਕਰਾਂਗਾ। ਫਿਰ ਉੱਥੇ ਆ ਕੇ ਨੈਗੇਟਿਵਿਟੀ ਆਉਂਦੀ। ਕਈ ਵਾਰੀ ਸੋਚਦੇ ਹਾਂ ਕਿ ਸੰਸਥਾ ਨੂੰ ਕੀ ਕਰਾਂਗੇ, ਕੀ ਕਰੀਏ, ਕਿਵੇਂ ਚਲਾਈਏ। ਬੰਦ ਕਰ ਦੂੰਗੇ ਵੀ
ਬੰਦ ਕਰਾਂਗਾ ਤਾਂ ਨਹੀਂ, ਪਰ ਜੇ ਨਾ ਹੀ ਚੱਲ ਸਕੀ ਸਰਕਾਰ ਨੇ ਜਾਂ ਕੋਈ ਅਫਸਰਾਂ ਨੇ ਸਹਿਯੋਗ ਨਾ ਦਿੱਤਾ, ਮੇਰੇ ਕੋਲ ਕੰਮ ਨਾ ਹੋ ਸਕੇ, ਹੁਣ ਮੈਂ ਇਸ ਸੰਸਥਾ ਤੋਂ ਰਿਸ਼ਵਤ ਤਾਂ ਦੇ ਨਹੀਂ ਸਕਦਾ। ਬਿਨਾਂ ਰਿਸ਼ਵਤ ਤੋਂ ਕੋਈ ਕੰਮ ਨਹੀਂ ਹੁੰਦਾ। ਕੁਝ ਇੱਕ ਦੋ ਅਫਸਰ ਨੇ ਜਿਨ੍ਹਾਂ ਨੂੰ ਬੇਨਤੀਆਂ ਕੀਤੀਆਂ ਸੀ ਛੋਟੇ ਛੋਟੇ ਕੰਮਾਂ ਬਾਰੇ, ਚੰਗੇ ਅਫਸਰ ਵੀ ਨੇ ਵਿਚਾਰੇ, ਜਿਨ੍ਹਾਂ ਨੇ ਸੰਸਥਾ ਨੂੰ ਸਮਝਦਿਆਂ ਹੋਇਆਂ ਸਾਡੀ ਕੁਝ ਮਦਦ ਕੀਤੀ ਵੀ ਹੈ। ਸਾਡੇ ਕੰਮਾਂ ਕਾਰਾਂ 'ਚ ਬਿਨਾਂ ਰਿਸ਼ਵਤ ਤੋਂ ਕੁਝ ਕੰਮ ਹੋਏ ਵੀ ਨੇ, ਪਰ ਬੜੀਆਂ ਮੁਸ਼ਕਲਾਂ ਆ ਰਹੀਆਂ ਨੇ ਸਾਨੂੰ ਜੀ ਇਹਦੇ 'ਚ। ਥਾਂ ਥਾਂ 'ਤੇ ਸਕੂਲ ਹੈ ਵੱਡਾ, ਥਾਂ ਥਾਂ 'ਤੇ ਲੋੜਾਂ ਪੈਂਦੀਆਂ ਨੇ ਕੰਮਾਂ ਦੀ, ਤੇ ਪਰ ਕੋਈ ਜ਼ਿਆਦਾ ਤੌਰ 'ਤੇ ਦੇਖਿਆ ਕੋਈ ਅਫਸਰ ਪਰਵਾਹ ਨਹੀਂ ਕਰਦੇ ਜੀ। ਸਾਰੇ ਬਸ ਇੱਕੋ ਗੰਦੇ ਸਿਸਟਮ 'ਚ ਲੱਗੇ ਹੋਏ ਨੇ। ਕੋਈ ਮੈਂ ਨਹੀਂ ਸਮਝ ਪਾਉਂਦਾ ਵੀ ਇਹ ਕਿੱਥੇ ਕੁ ਜਾ ਕੇ ਮੈਂ ਇਸ ਕੰਮ 'ਚ ਕਾਮਯਾਬ ਹੋਵਾਂਗਾ ਕਿ ਨਹੀਂ। ਸਰ, ਡੇਲੀ ਪੋਸਟ ਪੰਜਾਬੀ ਨੇ ਇੱਕ ਘੜੂਏ ਦੇ 2 ਬੇਟੀਆਂ ਤੇ ਇੱਕ ਦਾਦੀ ਦੀ ਖਬਰ ਨਸ਼ਰ ਕੀਤੀ ਸੀਗੀ। ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੀ ਪੜ੍ਹਾਈ ਦਾ ਜਿਹੜਾ ਖਰਚਾ ਹੈ ਬੀੜਾ ਚੁੱਕਦੇ ਹੋ, ਕਿਵੇਂ, ਕਿੱਥੇ ਤੱਕ ਪੜ੍ਹਾਈ ਕਰਵਾਓਗੇ, ਕੀ ਤੁਹਾਡਾ ਵਿਜ਼ਨ ਕੀ ਹੈ? ਮੇਰੇ ਕੋਲ ਇਸ ਸੰਸਥਾ ਦੇ 'ਚ 4-5 ਸਾਲ ਤੋਂ ਸਾਡਾ ਸਕੂਲ ਚੱਲ ਰਿਹਾ ਜੀ। ਹਰ ਸਾਲ ਗਰੀਬ ਪਰਿਵਾਰ ਆਉਂਦੇ ਨੇ। ਮੈਂ ਕੋਈ 52 ਕੁ ਬੱਚਿਆਂ ਦਾ ਇਸ ਟਾਈਮ ਮਨ 'ਤੇ ਆਪਣੇ 'ਤੇ ਚੱਕਿਆ ਹੈ, ਬਹੁਤ ਚੱਕਿਆ। 52 ਕੁ ਬੱਚੇ ਮੇਰੇ ਕੋਲ ਨੇ ਜਿਨ੍ਹਾਂ ਨੂੰ ਮੈਂ ਆਪਣੇ ਤੌਰ 'ਤੇ ਸੰਭਾਲ ਰਿਹਾ। ਅਤੇ ਇਹ ਜਿਹੜੇ ਬੱਚਿਆਂ ਬਾਰੇ ਮੈਨੂੰ ਪਤਾ ਲੱਗਿਆ ਸੀ ਗਰੀਬ ਬੱਚੀਆਂ ਨੇ, ਸੋ ਇਹਨਾਂ ਦੀ ਮੈਂ ਫਿਰ ਆਪਣੇ ਤੌਰ 'ਤੇ ਜ਼ਿੰਮੇਵਾਰੀ ਲਈ ਹੈ ਕਿ ਇਹਨਾਂ ਬੱਚਿਆਂ ਨੂੰ ਮੈਂ ਅਡੋਪਟ ਕਰਾਂਗਾ। ਜਿੱਥੋਂ ਤੱਕ ਹੋ ਸਕਿਆ ਇਹਨਾਂ ਬੱਚਿਆਂ ਨੂੰ ਮੇਰੇ ਸਕੂਲ ਦੀ ਪੜ੍ਹਾਈ ਜਦੋਂ ਤੱਕ ਹੋਏਗੀ ਉਹ ਸਾਰੀ ਪੜ੍ਹਾਈ ਮੈਂ ਇਹਨੂੰ ਫ੍ਰੀ ਕਰਾਵਾਂਗਾ। ਈਵਨ ਉਸ ਤੋਂ ਬਾਅਦ ਵੀ ਆਪਣੀਆਂ ਬੇਟੀਆਂ ਸਮਝ ਕੇ ਇਹਨਾਂ ਦੀਆਂ ਸ਼ਾਦੀਆਂ ਤੱਕ ਵੀ ਕਰਾਂਗਾ। ਇਹਨਾਂ ਦੀਆਂ ਸ਼ਾਦੀਆਂ ਤੱਕ ਵੀ ਮੈਂ ਕਰਾਂਗਾ। ਸੋ ਇਸੇ ਤਰ੍ਹਾਂ ਹੋਰ ਵੀ ਮੇਰੇ ਕੋਲ ਬਹੁਤ ਬੱਚੇ ਆਏ ਹੋਏ ਨੇ। ਇੱਕ ਤੁਹਾਡੇ ਮੋਰਿੰਡੇ ਤੋਂ ਹੀ ਲੰਗੜਾ ਲੂਲਾ ਲੰਗੜਾ ਬੱਚਾ ਵਿਚਾਰਾ, ਉਹਦੀ ਕੋਈ ਮਦਦ ਨਹੀਂ ਸੀ ਕਰ ਰਿਹਾ ਪਿਛਲੇ 3 ਸਾਲ ਤੋਂ ਮੇਰੇ ਕੋਲ, ਉਹ ਵੀ ਇਸੇ ਤਰ੍ਹਾਂ ਵਿਚਾਰਾ, ਉਹਦੀ ਸਾਰੀ ਫ੍ਰੀ ਹੈ। ਇੱਕ ਲਾਵਾਰਸ ਬੱਚੀ ਹੈ, ਉਹ ਮੈਨੂੰ ਪਿੰਡ ਦੇ ਸਰਪੰਚ ਸਾਹਿਬ ਲੈ ਕੇ ਆਏ ਸੀ ਘੜੂਆਂ ਪਿੰਡ ਤੋਂ, ਅਤੇ ਉਹਨਾਂ ਬੱਚਿਆਂ ਦੀ ਫੀਸ ਸਾਰੀ ਮਾਫ ਹੈ ਜੀ। ਸੋ ਇਹਨਾਂ ਲੋੜਵੰਦਾਂ ਦੀ ਅਸੀਂ ਮਦਦ ਕਰਦੇ। ਇਹ ਮੁੜ ਕੇ ਮੈਂ ਮੋਹਨ ਸਿੰਘ ਦੀ ਗੱਲ ਕਰਦਾ ਹਾਂ। ਮੋਹਨ ਸਿੰਘ, ਜੇ ਗੱਲ ਕੀਤੀ ਜਾਵੇ ਤਾਂ ਜੇ ਇਸ ਤਰ੍ਹਾਂ ਦੀ ਗੱਲ ਹੈ, ਕਿਉਂਕਿ ਬੰਦੇ ਕੋਲ ਪੈਸੇ ਹੁੰਦੇ ਨੇ, ਹਰ ਇੱਕ ਐਸ਼ੋ ਆਰਾਮ ਬੰਦਾ ਸੋਚਦਾ ਹੈ ਕਿ ਮੇਰੇ ਲਈ ਹਰ ਸੁਵਿਧਾ ਹੋਵੇ, ਮੁਹੱਈਆ ਹੋਵੇ, ਪਰ ਉਹਨਾਂ ਨੇ ਇੱਕ ਵੱਖਰਾ ਜਿਹੜਾ ਸੁਪਨਾ ਹੈ ਉਹ ਦੇਖਿਆ ਹੈ। ਪਰ ਸਾਡੇ ਜੋ ਕੰਮ ਤੁਸੀਂ ਕਰ ਰਹੇ ਹੋ, ਸਾਡੇ ਸਰਕਾਰੀ ਸਕੂਲ ਹੈਗੇ ਨੇ, ਸਰਕਾਰਾਂ ਹੈਗੀਆਂ ਨੇ, ਇਹ ਕੰਮ ਸਰਕਾਰ ਦਾ ਫਰਜ਼ ਹੁੰਦਾ ਹੈ ਕਿ ਗਰਾਊਂਡ ਜ਼ੀਰੋ ਤੱਕ ਸਿੱਖਿਆ ਜਾਂ ਸਿਹਤ ਦਾ ਜਿਹੜਾ ਪੱਧਰ ਹੈ ਉਹ ਪਹੁੰਚਾਇਆ ਜਾਵੇ ਅਤੇ ਉੱਚਾ ਹੋਵੇ ਉਹ। ਪਰ ਕਿਤੇ ਨਾ ਕਿਤੇ ਸਰਕਾਰਾਂ ਹੀ, ਜੇ ਅਗਰ ਕੋਈ ਅੱਗੇ ਹੋ ਕੇ ਕਰਦਾ ਤਾਂ ਉਸ ਕੰਮ 'ਚ ਰੋੜੇ ਰਲਾਉਂਦੀਆਂ। ਲੱਗਦਾ ਨਹੀਂ ਕਿ ਸਰਕਾਰ ਨੂੰ ਵੀ ਜਾਂ ਆਮ ਲੋਕਾਂ ਨੂੰ ਹੁਣ ਜਾਗਰੂਕ ਹੋਣਾ ਚਾਹੀਦਾ ਹੈ ਤਾਂ ਕਿ ਸਰਕਾਰਾਂ ਦੇ ਜਿਹੜੇ ਕੰਮ ਕਰਨ ਦੇ ਢੰਗ ਤਰੀਕੇ ਨੇ ਉਹ ਚੇਂਜ ਹੋਣ? ਇਹ ਤੁਸੀਂ ਬਹੁਤ ਵਧੀਆ ਸਵਾਲ ਪੁੱਛਿਆ ਜੀ। ਇਹਦੇ ਬਾਰੇ ਮੈਂ ਬੜਾ ਫਰੈਂਕਲੀ ਕਹਿਣਾ ਚਾਹਾਂਗਾ ਵੀ ਇਹ ਡਿਊਟੀ ਕੋਈ ਦਾਨੀ ਸੱਜਣ ਤਾਂ ਦਾਨ ਕਰ ਰਹੇ ਨੇ, ਸਮਾਜ ਸੇਵਾ ਕਰ ਰਹੇ ਨੇ, ਪਰ ਮੈਂ ਸਮਝਦਾ ਕਿ ਉਹਨਾਂ ਨੂੰ ਇਹ ਕਰਨ ਦੀ ਲੋੜ ਨਹੀਂ ਪੈਂਦੀ ਜੇਕਰ ਸਰਕਾਰ ਆਪਣੀ ਡਿਊਟੀ ਸਹੀ ਸਮਝੇ। ਬੱਚਿਆਂ ਨੂੰ ਪੜ੍ਹਾਉਣਾ, ਬੱਚਿਆਂ ਨੂੰ ਰੁਜ਼ਗਾਰ ਦੇਣਾ, ਹੈਲਥ ਨੂੰ ਸੰਭਾਲਣਾ, ਇਹ ਸਾਰੀਆਂ ਜ਼ਿੰਮੇਵਾਰੀ ਤਾਂ ਸਰਕਾਰ ਦੀਆਂ ਨੇ। ਜੋ ਕੰਮ ਸਰਕਾਰ ਨੇ ਕਰਨਾ ਉਹਨੂੰ ਸਾਡੇ ਵਰਗੇ ਲੋਕ ਕਰ ਰਹੇ ਨੇ, ਬੜੇ ਵੱਡੇ ਪੱਧਰ 'ਤੇ ਕਰ ਰਹੇ ਨੇ। ਬਹੁਤ ਵੱਡੇ ਵੱਡੇ ਸਮਾਜ ਸੇਵੀ ਲੋਕ ਨੇ ਜਿਹੜੀਆਂ ਵੱਡੀਆਂ ਵੱਡੀਆਂ ਸੰਸਥਾਵਾਂ ਚਲਾ ਰਹੇ ਨੇ। ਜਦੋਂ ਕਿ ਡਿਊਟੀ ਤਾਂ ਸਰਕਾਰ ਦੀ ਹੈ, ਪਰ ਜੇ ਸਰਕਾਰ ਇਹ ਕੰਮ ਕਰੇ ਤਾਂ ਫਿਰ ਸਾਨੂੰ ਇੱਦਾਂ ਦੇ ਤਕਲੀਫਾਂ 'ਚ ਨਾ ਸਹਿਣਾ ਪਵੇ। ਕੀ ਕਹਿਣਾ ਚਾਹੁੰਦੇ ਹੋ ਜਾਂਦੇ ਜਾਂਦੇ? ਲਾਸਟ ਹੀ ਸਵਾਲ ਹੈ, ਸਰਕਾਰ ਨੂੰ ਕੋਈ ਸੁਜੈਸ਼ਨ ਜਾਂ ਆਮ ਲੋਕਾਂ ਨੂੰ, ਜੋ ਕਿ ਤੁਹਾਡੀ ਸੰਸਥਾ, ਜੋ ਤੁਹਾਡਾ ਟਰਸਟ ਹੈ, ਮੋਹਨ ਸਿੰਘ ਦਾ ਜੋ ਸੁਪਨਾ ਹੈ ਉਹ ਸਾਕਾਰ ਹੋਵੇ, ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਸਹਿਯੋਗ ਦੀ ਉਮੀਦ ਹੈ? ਮੈਂ ਤਾਂ ਇਹੀ ਸਹਿਯੋਗ ਮੰਗਦਾ ਜੀ ਵੀ ਸਾਡੇ ਵਰਗੀ ਸੰਸਥਾ ਨੂੰ ਜਦੋਂ ਕਿਤੇ ਕਿਸੇ ਕੰਮ ਦੀ ਜ਼ਰੂਰਤ ਪਵੇ, ਅਸੀਂ ਆਪਣੇ ਕੋਈ ਪਰਸਨਲ ਕੰਮ ਨਹੀਂ ਕਹਿੰਦੇ, ਸੰਸਥਾ ਦੇ ਕੰਮ ਦੀ ਕਦੇ ਕੋਈ ਜ਼ਰੂਰਤ ਪਵੇ ਤਾਂ ਸਾਡੀ ਬਾਂਹ ਫੜਨੀ ਚਾਹੀਦੀ ਹੈ। ਜਿਹੜੇ ਕੰਮ ਨੂੰ ਅਸੀਂ ਰਿਸ਼ਵਤਾਂ ਦੇ ਕੇ ਨਹੀਂ ਕਰਾ ਸਕਦੇ, ਉਹ ਸਾਡੇ ਬਿਨਾਂ ਰਿਸ਼ਵਤਾਂ 'ਤੇ ਕੰਮ ਹੋਣ, ਸਾਨੂੰ ਐਪਰੀਸ਼ੀਏਟ ਕਰਨ, ਸਾਨੂੰ ਹੱਲਾਸ਼ੇਰੀ ਦੇਣ ਵੀ ਤਾਂ ਕਿ ਅਸੀਂ ਸਮਾਜ 'ਚ ਵੱਡੇ ਲੈਵਲ 'ਤੇ ਕੋਈ ਹੋਰ ਸੇਵਾ ਕਰ ਸਕੀਏ। ਕੋਈ ਸਮਾਜ ਸੇਵੀ ਲੋਕ ਆਉਣ, ਸਾਡੇ ਦੁੱਖ ਦਰਦ ਵੰਡਾਉਣ, ਸਾਨੂੰ ਹੱਲਾਸ਼ੇਰੀ ਦੇਣ, ਸਾਨੂੰ ਸੁਜੈਸਟ ਕਰਨ ਕਿ ਅਸੀਂ ਉਹਦੇ ਸੁਪਨਿਆਂ ਨੂੰ ਕਿਵੇਂ ਸਾਕਾਰ ਕਰੀਏ। ਅਤੇ 1-1-2-11 ਹੁੰਦੇ ਨੇ, ਜੇ ਕੋਈ ਹੋਰ ਸੱਜਣ ਮੇਰੇ ਨਾਲ ਜੁੜਨ ਆ ਕੇ, ਅਤੇ ਉਹ ਅਸੀਂ ਰਲ ਮਿਲ ਕੇ ਇਸ ਸੰਸਥਾ ਨੂੰ ਚਲਾਈਏ। ਹੌਸਲਾ ਤਾਂ ਨਹੀਂ ਹਾਰਦੇ? ਹੌਸਲਾ ਤਾਂ ਨਹੀਂ ਹਾਰਦੇ ਜੀ, ਕੋਈ ਨਹੀਂ, ਤੁਹਾਡਾ ਆਸ਼ੀਰਵਾਦ ਹੈ। ਅਤੇ ਕੁਛ 1-2 ਸੱਜਣ ਹੈਗੇ ਨੇ ਜਿਹੜੇ ਵਿਚਾਰੇ ਪਿੱਠ 'ਤੇ ਹੱਥ ਰੱਖਦੇ ਨੇ, ਉਹ ਕਹਿੰਦੇ ਨੇ ਸ਼ਮਸ਼ੇਰ ਸਿੰਘ ਵੀ ਕੋਈ ਗੱਲ ਨਹੀਂ, ਅੱਛਾ ਕਾਰਜ ਹੈ, ਵੀ ਕੋਈ ਸਮਾਂ ਆਏਗਾ ਵੀ ਲੋਕ ਜੁੜ।
ਬਹੁਤ ਮਿਹਰਬਾਨੀ। ਗੱਲਬਾਤ ਦੇ ਲਈ ਬੇहद ਭਾਵੁਕ ਨੇ ਇਸ ਵੇਲੇ ਜੇ ਗੱਲ ਕੀਤੀ ਜਾਵੇ। ਸ਼ੁਰੂਆਤ ਤੋਂ ਹੀ ਜੋ ਸ਼ੁਰੂ ਹੋਈ ਸੀ ਮੋਹਨ ਸਿੰਘ ਪਚਰੀਸਾ ਜੋ ਕਿ ਪਾਕਿਸਤਾਨ ਲਾਹੌਰ ਦੇ ਮੋਰੇ ਕਾਲਜ ਤੋਂ ਜਿਹੜੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਦੇਸ਼ ਦੀ ਵੰਡ ਹੋਣ ਤੋਂ ਬਾਅਦ ਹਿੰਦੁਸਤਾਨ ਆਏ, ਕਾਰ ਕੀਤਾ, ਪੂਰੀ ਜੀਵਨ ਜਿਹੜਾ ਉਹ ਆਸਾਮ 'ਚ ਗੁਜ਼ਾਰਿਆ ਤੇ ਕਰੋੜਾਂ ਰੁਪਏ ਕਮਾਏ। ਪਰ ਅਖੀਰ ਦੇ ਵਿੱਚ ਉਹ ਕਰੋੜਾਂ ਰੁਪਏ ਸਿੱਖਿਆ 'ਤੇ ਖਰਚ ਕੇ ਆਪਣੀ ਮੌਤ ਤੋਂ ਪਹਿਲਾਂ ਕਰੋੜਾਂ ਰੁਪਏ ਛੱਡ ਗਏ ਤਾਂ ਕਿ ਜਿਹੜੀ ਸਿੱਖਿਆ ਉਹ ਸਸਤੀ ਹੋਵੇ, ਇੱਕ ਸਕੂਲ ਖੁੱਲ੍ਹੇ ਜੋ ਕਿ ਸਸਤੀ ਸਿੱਖਿਆ ਮੁਹੱਈਆ ਕਰਾਵੇ। ਪਰ ਸਿਸਟਮ ਦੀ ਭੇਟ ਤੇ ਆਮ ਲੋਕਾਂ ਦੀ ਤੱਕ ਇਹ ਕੰਮ ਕਰਨ ਨੂੰ ਸ਼ਮਸ਼ੇਰ ਸਿੰਘ ਹਜੇ ਬਿਲਕੁਲ ਜੇ ਦੇਖਿਆ ਜਾਵੇ ਲੱਗੇ ਜ਼ਰੂਰ ਹੋਏ ਨੇ, ਪਰ ਹੌਸਲਾ ਕਿਉਂਕਿ ਜੇ ਗੱਲ ਕੀ ਹੈ ਕਿ ਨਹੀਂ ਹਾਰਿਆ, ਪਰ ਫਿਰ ਵੀ ਉਸ ਤਰੀਕੇ ਦੇ ਨਾਲ ਨਹੀਂ ਕਰ ਪਾ ਰਹੇ ਕਿਉਂਕਿ ਸਿਸਟਮ ਉਹਨਾਂ ਦਾ ਸਾਥ ਨਹੀਂ ਦੇ ਰਿਹਾ ਤਾਂ ਕਿ ਜਿਹੜੀ ਵਿੱਦਿਆ ਉਹ ਆਮ ਲੋਕਾਂ ਤੱਕ ਮੁਹੱਈਆ ਨਹੀਂ ਹੋ ਰਹੀ। ਲੱਗਦਾ ਕਿ ਹੁਣ ਸਰਕਾਰਾਂ ਨੂੰ ਕੰਮ ਕਰਨ ਦੇ ਤਰੀਕੇ ਬਦਲਣੇ ਚਾਹੀਦੇ ਨੇ ਤਾਂ ਕਿ ਜਿਹੜੀ ਸਿੱਖਿਆ ਅਤੇ ਸਿਹਤ ਦਾ ਜਿਹੜਾ ਪੱਧਰ ਆ ਉੱਚਾ ਚੁੱਕਿਆ ਜਾ ਸਕੇ। ਕੈਮਰਾਮੈਨ ਦਰਸ਼ਨ ਦਰਸ਼ੀ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।